ਸਤਨਾਮ ਧੰਨ ਵਾਹਿਗੁਰੂ ਸਾਹਿਬ ਜੀ। ਜੈਤ ਸਰੀ ਮਹੱਲਾ ਚੌਥਾ। ਜਿਨ ਹਰ ਹਿਰਦੈ ਨਾਮ ਨ ਬਸਿਓ, ਤਿਨ ਮਾਤ ਕੀਜੈ ਹਰ ਵਾਂਝਾ। ਤਿਨ ਸੁਣੀ ਦੇਹ ਫਿਰਹਿ ਬਿਨ ਨਾਵੈ, ਓਏ ਖਪ ਖਪ ਮੋਏ ਕਰੰਜਾ। ਜਿਨ ਹਰ ਹਿਰਦੈ ਨਾਮ ਨ ਬਸਿਓ, ਤਿਨ ਮਾਤ ਕੀਜੈ ਹਰ ਵਾਂਝਾ। ਤਿਨ ਸੁਣੀ ਦੇਹ ਫਿਰਹਿ ਬਿਨ ਨਾਵੈ, ਓਏ ਖਪ ਖਪ ਮੋਏ ਕਰੰਜਾ। ਮੇਰੇ ਮਨ ਜਪ ਰਾਮ ਨਾਮ ਹਰ ਮਾਝਾ। ਹਰ ਹਰ ਕਿਰਪਾਲ ਕਿਰਪਾ ਪ੍ਰਭ ਧਾਰੀ, ਗੁਰ ਗਿਆਨ ਦਿਓ ਮਨ ਸਮਝਾ। ਰਹਾਉ ਹਰ ਕੀਰਤ ਕਲ ਜੁਗ ਪਦ ਊਤਮ, ਹਰ ਪਾਈਐ ਸਤਿਗੁਰ ਮਾਝਾ। ਹਉ ਬਲਿਹਾਰੀ ਸਤਿਗੁਰ ਅਪੁਨੇ, ਜਿਨ ਗੁਪਤ ਨਾਮ ਪ੍ਰਗਾਜਾ। ਦਰਸ਼ਨ ਸਾਧ ਮਿਲਿਓ ਵਡ ਭਾਗੀ, ਸਭ ਕਿਲ ਵਿਖ ਗਏ ਗਵਾਜਾ। ਸਤਿਗੁਰ ਸ਼ਾਹ ਪਾਇਆ ਵਡ ਦਾਣਾ, ਹਰ ਕੀਏ ਬਹੁ ਗੁਣ ਸਾਂਝਾ। ਜਿਨ ਕੋ ਕਿਰਪਾ ਕਰੀ ਜਗ ਜੀਵਨ, ਹਰ ਉਰ ਧਾਰਿਓ ਮਨ ਮਾਝਾ। ਧਰਮ ਰਾਏ ਦਰ ਕਾਗਦ ਫਾਰੇ, ਜਨ ਨਾਨਕ ਲੇਖਾ ਸਮਝਾ। ਜਿਨ ਕੋ ਕਿਰਪਾ ਕਰੀ ਜਗ ਜੀਵਨ, ਹਰ ਉਰ ਧਾਰਿਓ ਮਨ ਮਾਝਾ। ਧਰਮ ਰਾਏ ਦਰ ਕਾਗਦ ਫਾਰੇ, ਜਨ ਨਾਨਕ ਲੇਖਾ ਸਮਝਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਚਵਰ ਛਤਰ ਤਖਤ ਦੇ ਮਾਲਕ ਜੁਗੋ ਜੁਗ ਅਟਲ, ਧੰਨ ਧੰਨ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸੁਭਾਏਮਾਨ ਗੁਰੂ ਸਵਾਰੇ ਸਤਸੰਗੀ ਜਨੋ, ਧੰਨ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਰਹਿਮਤ ਬਖਸ਼ਿਸ਼ ਹੋਈ। ਅੰਮ੍ਰਿਤ ਵੇਲੇ ਤੋਂ ਗਰੀਬ ਨਿਵਾਸ ਸੱਚੇ ਪਾਤਸ਼ਾਹ ਮਹਾਰਾਜ ਜੀ ਤਖਤ ਸਾਹਿਬ ਤੇ ਪ੍ਰਕਾਸ਼ਮਾਨ ਹੋ ਕੇ ਸੰਗਤਾਂ ਨੂੰ ਦਰਸ਼ਨ ਦੀਦਾਰ ਬਖਸ਼ਿਸ਼ ਕਰਕੇ ਨਿਹਾਲ ਕਰ ਰਹੇ ਹਨ। ਆਪ ਜੀਆਂ ਨੇ ਅੰਮ੍ਰਿਤ ਵੇਲੇ ਤੋਂ ਗੁਰੂ ਦਰਬਾਰ ਦੀ ਹਾਜ਼ਰੀ ਭਰ ਕੇ ਸਤਿਗੁਰੂ ਗਰੀਬ ਨਿਵਾਸ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਪਾਵਨ ਪਵਿੱਤਰ ਗੁਰਬਾਣੀ ਦੇ ਪਾਠ ਸਰਵਣ ਕੀਤੇ ਉਪਰੰਤ ਆਸਾ ਦੀ ਵਾਰ ਦਾ ਕੀਰਤਨ ਸਤਿਕਾਰਯੋਗ ਭਾਈ ਜਗਜੀਤ ਸਿੰਘ ਜੀ ਉਹਨਾਂ ਦੇ ਰਾਗੀ ਜਥੇ ਪਾਸੋਂ ਸਰਵਣ ਕੀਤਾ ਹੈ। ਸਤਿਗੁਰਾਂ ਨੇ ਅੰਮ੍ਰਿਤ ਵੇਲੇ ਪ੍ਰਕਾਸ਼ਮਾਨ ਹੋ ਕੇ ਜੋ ਸਮੁੱਚੀ ਮਾਨਵਤਾ ਦੇ ਭਲੇ ਲਈ ਇਲਾਹੀ ਫਰਮਾਨ ਬਖਸ਼ਿਸ਼ ਕੀਤਾ ਹੈ। ਧੰਨ ਸਤਿਗੁਰੂ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਦੇ ਪਾਵਨ ਪਵਿੱਤਰ ਮੁਖਵਾਕ ਜੈਤਸਰੀ ਰਾਗ ਵਿੱਚ ਹੈ। ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਗ 697 ਅਤੇ 98 ਅੰਗ ਤੇ ਸੁਭਾਏਮਾਨ ਹੈ। ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਆਪ ਰਹਿਮਤ ਬਖਸ਼ਿਸ਼ ਕਰਕੇ ਪਾਵਨ ਪਵਿੱਤਰ ਸ਼ਬਦ ਦੀ ਵਿਚਾਰ ਕਰਵਾ ਲੈਣ। ਕਰੋ ਕਿਰਪਾ ਸਾਧ ਸੰਗਤ, ਮਨ ਦਾ ਟਿਕਾਵ ਤੇ ਇਕਾਗਰਤਾ ਦੀ ਦਾਤ ਸਤਿਗੁਰੂ ਬਖਸ਼ਿਸ਼ ਕਰਨ। ਪਿਆਰ ਸਹਿਤ ਉਚਾਰਨ ਕਰੀਏ ਜੀ। ਸਤਨਾਮ ਸ਼੍ਰੀ ਵਾਹਿਗੁਰੂ ਜੀ
ਕਰੋ ਕਿਰਪਾ। ਸਤਨਾਮ ਸ੍ਰੀ ਵਾਹਿਗੁਰੂ ਜੀ। ਧੰਨ ਸਤਿਗੁਰੂ ਗੁਰੂ ਰਾਮਦਾਸ ਮਹਾਰਾਜ ਜੀ ਜੋ ਬਖਸ਼ਿਸ਼ ਕਰ ਰਹੇ ਨੇ ਪਾਵਨ ਪਵਿੱਤਰ ਸ਼ਬਦ ਵਿੱਚ। ਪਹਿਲਾਂ ਸ਼ਬਦ ਦੀਆਂ ਰਹਾਉ ਵਾਲੀਆਂ ਪੰਕਤੀਆਂ ਨੂੰ ਸਮਝਣ ਦਾ ਯਤਨ ਕਰੀਏ ਤਾਂ ਕਿ ਪੂਰੇ ਸ਼ਬਦ ਦੀ ਸਾਨੂੰ ਸਮਝ ਪੈ ਸਕੇ। ਰਹਾਉ ਵਾਲੀਆਂ ਪੰਕਤੀਆਂ ਇਸ ਪਾਵਨ ਪਵਿੱਤਰ ਸ਼ਬਦ ਦੀਆਂ ਹਨ। ਸਭ ਕਿਰਪਾ ਕਰਦੇ ਨੇ। ਮੇਰੇ ਮਨ ਜਪ ਰਾਮ ਨਾਮ ਹਰ ਮਾਝਾ, ਹਰ ਹਰ ਕਿਰਪਾਲ ਕਿਰਪਾ ਪ੍ਰਭ ਧਾਰੀ, ਗੁਰ ਗਿਆਨ ਦਿਓ ਮਨ ਸਮਝਾ। ਸਤਿਗੁਰੂ ਗੁਰੂ ਰਾਮਦਾਸ ਮਹਾਰਾਜ ਜੀ ਮਨ ਦੀ ਗੱਲ ਕਰਦਿਆਂ ਹੋਇਆਂ ਮਨ ਨੂੰ ਸੰਬੋਧਨ ਕਰਕੇ ਕਹਿੰਦੇ ਨੇ, ਹੇ ਮੇਰੇ ਮਨਾ, ਜਪ ਉਸ ਹਰੀ ਪਰਮਾਤਮਾ ਵਾਹਿਗੁਰੂ ਅਕਾਲ ਪੁਰਖ ਨੂੰ, ਜਿਹੜਾ ਹਰੀ ਪਰਮਾਤਮਾ ਸਾਰਿਆਂ ਹਿਰਦਿਆਂ ਦੇ ਵਿੱਚ ਬੈਠਾ ਹੋਇਆ ਹੈ। ਉਹ ਹਰੀ ਪਰਮਾਤਮਾ ਵਾਹਿਗੁਰੂ ਜੋ ਘਟ ਘਟ ਵਿੱਚ ਹੈ, ਹਰ ਜਗ੍ਹਾ 'ਤੇ ਹੈ। ਉਸ ਹਰੀ ਪਰਮਾਤਮਾ ਵਾਹਿਗੁਰੂ ਪਰਮੇਸ਼ਰ ਨੂੰ ਹੇ ਮਨਾ ਤੂੰ ਜਪਣਾ ਕਰ। ਤੇ ਸਹਿਬ ਕਿਰਪਾ ਕਰਦੇ ਨੇ, ਹਰ ਹਰ ਕਿਰਪਾਲ ਕਿਰਪਾ ਪ੍ਰਭ ਧਾਰੀ। ਜਦੋਂ ਉਸ ਹਰੀ ਪਰਮਾਤਮਾ ਵਾਹਿਗੁਰੂ ਨੇ ਕਿਰਪਾ ਕਰ ਦਿੱਤੀ, ਬਖਸ਼ਿਸ਼ ਕਰ ਦਿੱਤੀ, ਗੁਰ ਗਿਆਨ ਦਿਓ ਮਨ ਸਮਝਾ। ਜਦੋਂ ਗੁਰੂ ਨੇ ਕਿਰਪਾ ਕਰ ਦਿੱਤੀ, ਇਸ ਮਨ ਨੂੰ ਸੋਝੀ ਆਈ, ਮਨ ਨੂੰ ਗਿਆਨ ਆਇਆ, ਮਨ ਨੂੰ ਸਮਝ ਆਈ। ਕਿਹੜੀ ਗੱਲ ਦੀ ਮਨ ਨੂੰ ਸਮਝ ਆਈ? ਕਿ ਇਹ ਜਿਹੜਾ ਮਨ ਹੈ, ਮਨ ਤੋਂ ਜੋਤ ਸਰੂਪ ਹੈ, ਆਪਣਾ ਮੂਲ ਪਹਿਚਾਣ, ਇਹ ਸਮਝ ਆਉਣੀ ਹੈ ਮਨ ਨੂੰ। ਇਹ ਜੋ ਮਨ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਤੋਂ ਟੁੱਟਿਆ ਹੋਇਆ ਹੈ, ਇਸ ਮਨ ਨੂੰ ਨਿਰੰਕਾਰ ਦੇ ਨਾਲ ਜੋੜਨਾ, ਇਹ ਸਮਝ ਗੁਰੂ ਕੋਲੋਂ ਮਿਲਦੀ ਹੈ। ਸਤਿਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੀ ਬਾਣੀ ਅੰਦਰ ਮਨ ਨੂੰ ਸੰਬੋਧਨ ਕਰਕੇ ਬੜੇ ਸ਼ਬਦ ਆਉਂਦੇ ਨੇ। ਜਿਵੇਂ ਧੰਨ ਸ਼੍ਰੀ ਗੁਰੂ ਅਮਰਦਾਸ ਮਹਾਰਾਜ ਜੀ ਵੀ ਕਹਿੰਦੇ ਨੇ, ਇਹ ਮਨ ਮੇਰਿਆ ਤੂੰ ਸਦਾ ਰਹੋ, ਹਰ ਨਾਲੇ ਹਰ ਨਾਲ ਰਹੋ, ਤੂੰ ਮਨ ਮੇਰੇ ਦੁੱਖ ਸਭ ਵਿਸਾਰਨਾ, ਅੰਗੀਕਾਰ ਹੋ ਕਰੇ ਤੇਰਾ ਕਾਰਜ ਸਭ ਸਵਾਰਨਾ। ਸਤਿਗੁਰੂ ਗਰੀਬ ਨਿਵਾਜ ਪਾਤਸ਼ਾਹ ਮਹਾਰਾਜ ਜੀ, ਜਿਵੇਂ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਵੀ ਸ਼ਬਦ ਆਉਂਦੇ ਨੇ, ਮਾਈ ਮੇਰੇ ਮਨ ਕੋ ਸੁਖ। ਹੇ ਮੇਰੀ ਮਾਂ, ਮੈਨੂੰ ਅਕਾਲ ਪੁਰਖ ਵਾਹਿਗੁਰੂ ਨੇ ਕਿਰਪਾ ਕਰਕੇ ਜਿਹੜੀ ਸਮਝ ਦਿੱਤੀ ਹੈ ਨਾ, ਮੇਰੇ ਮਨ ਨੂੰ ਹੁਣ ਇੱਕ ਸਕੂਨ ਆਉਂਦਾ ਹੈ, ਮੇਰੇ ਮਨ ਨੂੰ ਇੱਕ ਸੁੱਖ ਮਿਲ ਗਿਆ ਹੈ। ਕੋਟ ਆਨੰਦ ਰਾਜ ਸੁਖ ਭੋਗਵੈ, ਹਰ ਸਿਮਰਤ ਬਿਨਸੈ ਸਭ ਦੁੱਖ। ਹਰੀ ਪਰਮਾਤਮਾ ਵਾਹਿਗੁਰੂ ਦੇ ਨਾਮ ਜਪਣ ਨਾਲ ਹੀ ਜ਼ਿੰਦਗੀ ਦੇ ਅੰਦਰ ਆਨੰਦ, ਖੁਸ਼ੀਆਂ ਤੇ ਖੇੜੇ ਬਣਦੇ ਨੇ। ਸਤਿਗੁਰੂ ਗਰੀਬ ਨਿਵਾਜ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਕਿਰਪਾ ਕੀਤੀ। ਕਹਿੰਦੇ ਨੇ, ਇਹ ਜਿਹੜਾ ਮਨ ਹੈ, ਇਹ ਹਰੀ ਪਰਮਾਤਮਾ ਵਾਹਿਗੁਰੂ ਦੇ ਨਾਲ ਜੁੜ ਜਾਵੇ। ਧੰਨ ਗੁਰੂ ਰਾਮਦਾਸ ਮਹਾਰਾਜ ਜੀ ਕਹਿੰਦੇ ਨੇ, ਹੇ ਮੇਰੇ ਮਨਾ, ਹਰੀ ਪਰਮਾਤਮਾ ਅਕਾਲ ਪੁਰਖ ਦੇ ਨਾਮ ਨਾਲ ਜੁੜ, ਜਿਹੜਾ ਪਰਮਾਤਮਾ ਸਭ ਹਿਰਦਿਆਂ 'ਚ ਬੈਠਾ ਹੋਇਆ। ਪਰ ਇਹ ਸਮਝ ਕਦੋਂ ਆਉਂਦੀ ਹੈ? ਗੁਰ ਗਿਆਨ ਦਿਓ। ਗੁਰੂ ਨੇ ਗਿਆਨ ਦੇਣਾ, ਗੁਰੂ ਨੇ ਸਮਝ ਦੇਣੀ ਹੈ। ਜਦੋਂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਪੜ੍ਹਾਂਗੇ ਤਾਂ ਸਾਹਿਬ ਜੀ ਦੇ ਬੜੇ ਐਸੇ ਬਚਨ ਆਉਣਗੇ, ਭਾਈ ਰੇ ਗੁਰ ਬਿਨ ਗਿਆਨ ਨਾ ਹੋਏ। ਹੇ ਭਾਈ, ਗੁਰੂ ਤੋਂ ਬਿਨਾਂ ਇਹ ਸਮਝ ਨਹੀਂ ਆ ਸਕਦੀ, ਗਿਆਨ ਨਹੀਂ ਮਿਲ ਸਕਦਾ। ਭਾਈ ਰੇ ਗੁਰ ਬਿਨ ਗਿਆਨ ਨਾ ਹੋਏ, ਪੁੱਛੋ ਬਰਮੈ ਨਾਰਦੇ ਵੇਦ ਵਿਆਸੈ ਕੋਈ। ਸਤਿਗੁਰੂ ਗਰੀਬ ਨਿਵਾਜ ਪਾਤਸ਼ਾਹ ਮਹਾਰਾਜ ਜੀ ਜਿੱਥੇ ਬਾਣੀ ਦੇ ਬਚਨ ਨੇ, ਉੱਥੇ ਧੰਨ ਸ਼੍ਰੀ ਗੁਰੂ ਅੰਗਦ ਦੇਵ ਮਹਾਰਾਜ ਜੀ ਰੋਜ਼ ਹੀ ਆਸਾ ਦੀ ਵਾਰ ਦਾ ਜੋ ਕੀਰਤਨ ਹੁੰਦਾ ਹੈ, ਉਹਦੇ ਵਿੱਚ ਮੇਰੇ ਗਰੀਬ ਨਿਵਾਜ ਸੱਚੇ ਪਾਤਸ਼ਾਹ ਮਹਾਰਾਜ ਜੀ ਕਿਰਪਾ ਕਰਦੇ ਨੇ। ਧੰਨ ਗੁਰੂ ਅੰਗਦ ਦੇਵ ਮਹਾਰਾਜ ਜੀ ਕਹਿੰਦੇ, ਜੇ 100 ਚੰਦਾ ਉਗਵਹਿ ਸੂਰਜ ਚੜ੍ਹੇ ਹਜ਼ਾਰ, ਇਹਤੇ ਚਾਨਣ ਹੁੰਦਿਆਂ ਗੁਰ ਬਿਨ ਘੋਰ ਅੰਧਾਰ। ਗੁਰੂ ਤੋਂ ਬਿਨਾਂ ਅੰਦਰ ਘੁੱਪ ਹਨੇਰਾ ਬਣਿਆ ਪਿਆ ਹੈ। ਸਤਿਗੁਰੂ ਗਰੀਬ ਨਿਵਾਜ ਪਾਤਸ਼ਾਹ ਦੀ ਬਾਣੀ ਵਿੱਚ ਜਿੱਥੇ ਬਚਨ ਆਉਂਦੇ ਨੇ, ਉੱਥੇ ਭੱਟਾ ਨੇ ਵੀ ਆਪਣੇ ਸਵਈਆਂ ਵਿੱਚ ਐਸੇ ਬਚਨ ਕੀਤੇ ਨੇ। ਉਹ ਕਹਿੰਦੇ ਨੇ, ਗੁਰ ਬਿਨ ਘੋਰ ਅੰਧਾਰ, ਗੁਰੂ ਬਿਨ ਸਮਝ ਨ ਆਵੈ, ਗੁਰ ਬਿਨ ਸੁਰਤ ਨ ਸਿੱਧ, ਗੁਰੂ ਬਿਨ ਮੁਕਤ ਨ ਪਾਵੈ। ਗੁਰ ਕਰ ਸੱਚ ਵਿਚਾਰ, ਗੁਰੂ ਕਰ ਰੇ ਮਨ ਮੇਰੇ, ਗੁਰ ਕਰ ਸ਼ਬਦ ਸਪੁਨ, ਅਗਨ ਕਟਹਿ ਸਭ ਤੇਰੇ। ਗੁਰ ਨੈਣ ਬੈਨ ਗੁਰ ਗੁਰ ਕਰਹੁ, ਗੁਰੂ ਸਤ ਕਵ ਨਲ ਕਹੈ, ਜਿਨ ਗੁਰੂ ਨਾ ਦੇਖਿਓ ਨਹੁ ਕੀਓ ਤੇ ਅਕਿਅਤ ਸੰਸਾਰ ਮੈਂ। ਅਕਿਅਤ ਦਾ ਭਾਵ ਹੈ ਵਿਅਰਥ। ਕਹਿੰਦੇ ਉਹ ਜੀਵਨ ਹੀ ਵਿਅਰਥ ਹੈ ਜਿਸ ਮਨੁੱਖ ਨੂੰ ਗੁਰੂ ਪਰਮਾਤਮਾ ਨਹੀਂ ਮਿਲਿਆ, ਜਿਸ ਨੇ ਗੁਰੂ ਦਾ ਗਿਆਨ ਹਾਸਲ ਨਹੀਂ ਕੀਤਾ। ਤੋ ਸਤਿਗੁਰੂ ਗਰੀਬ ਨਿਵਾਜ ਪਾਤਸ਼ਾਹ ਜੀ ਨੇ ਇੱਥੇ ਗੱਲ ਸਾਰੀ ਮਨ ਦੀ ਕੀਤੀ ਹੈ। ਹੁਣ ਇਸ ਸ਼ਬਦ ਨੂੰ ਥੋੜ੍ਹਾ ਜਿਹਾ ਸਮਝਣਾ ਪਏਗਾ, ਕਿਉਂਕਿ ਇਸ ਸ਼ਬਦ ਦੇ ਜਿਹੜੇ ਅਰਥ ਬਹੁ ਗਿਣਤੀ ਵਿੱਚ ਕੀਤੇ ਜਾਂਦੇ ਹੈ। ਜਿਹੜੇ ਪਹਿਲੇ ਬੰਦ ਦੇ ਅਰਥ ਹੈ ਉਹਨੂੰ ਆਪਾਂ ਥੋੜ੍ਹਾ ਜਿਹਾ ਸਮਝਣ ਦਾ ਯਤਨ ਕਰਾਂਗੇ। ਸਹਿਬ ਕਿਰਪਾ ਕਰਦੇ ਨੇ ਪਹਿਲੇ ਬੰਦ ਵਿੱਚ, ਜਿਨ ਹਰ ਹਿਰਦੈ ਨਾਮ ਨ ਵਸਿਓ,
ਤਿਨ ਮਾਤ ਕੀਜੈ ਹਰ ਬਾਂਝਾ। ਤੁਸੀਂ ਇਸ ਸ਼ਬਦ ਦੇ ਬਹੁ ਗਿਣਤੀ ਵਿੱਚ ਇਹ ਅਰਥ ਹੀ ਸੁਣੇ ਹੋਣਗੇ ਕਿ ਜਿਹੜੇ ਜੀਵ ਦੇ ਹਰੀ ਪਰਮਾਤਮਾ ਵਾਹਿਗੁਰੂ ਦਾ ਨਾਮ ਨਹੀਂ ਜਪਦਾ, ਜਿਹਦੇ ਹਿਰਦੇ ਵਿੱਚ ਪਰਮਾਤਮਾ ਦਾ ਨਾਮ ਨਹੀਂ ਵਸਦਾ, ਉਹਦੀ ਮਾਂ ਬਾਂਝ ਹੋ ਜਾਏ। ਬਾਂਝ ਤੋਂ ਭਾਵ ਕਿ ਪੁੱਤਰ ਨੂੰ ਪੈਦਾ ਨਾ ਕਰ ਸਕੇ। ਹੁਣ ਇਹ ਅਰਥ ਅਸਲ ਵਿੱਚ ਇਹ ਨਹੀਂ ਹਨ, ਕਿਉਂਕਿ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚੋਂ ਆਪਾਂ ਪਹਿਲਾਂ ਥੋੜ੍ਹਾ ਸਮਝਣ ਦੀ ਕੋਸ਼ਿਸ਼ ਕਰੀਏ ਕਿ ਮਾਤ ਕਿਹਨੂੰ ਕਿਹਾ ਗਿਆ, ਮਾਂ ਕਿਹਨੂੰ ਕਿਹਾ ਗਿਆ। ਇੱਕ ਮਾਂ ਉਹ ਵੀ ਹੈ ਜਿਹਨੇ ਸਾਨੂੰ ਜਨਮ ਦਿੱਤਾ, ਇੱਕ ਬਾਪ ਉਹ ਵੀ ਹੈ ਜਿਸ ਮਾਂ ਬਾਪ ਦੇ ਸਹਿਯੋਗ ਨਾਲ ਸਾਡਾ ਜਨਮ ਹੋਇਆ ਹੈ। ਕਿਉਂਕਿ ਬਾਣੀ ਦੇ ਬਚਨ ਵੀ ਆਉਂਦੇ ਹਨ ਕਿ ਜਿੰਨੀ ਦੇਰ ਮਾਂ ਬਾਪ ਦਾ ਸੰਯੋਗ ਨਾ ਬਣੇ ਉਨੀ ਦੇਰ ਜੀਵ ਦਾ ਜਨਮ ਨਹੀਂ ਹੁੰਦਾ। ਕਿਉਂਕਿ ਸਤਿਗੁਰੂ ਗਰੀਬ ਨਿਵਾਸ ਸੱਚੇ ਪਾਤਸ਼ਾਹ ਦੀ ਬਾਣੀ ਵਿੱਚ ਐਸੇ ਬਚਨ ਆਉਂਦੇ ਨੇ। ਸਤਿਗੁਰੂ ਜੀ ਕਹਿੰਦੇ ਨੇ ਮਾਤ ਪਿਤਾ ਬਿਨ ਬਾਲ ਨਾ ਹੋਈ, ਮਾਤਾ ਪਿਤਾ ਤੋਂ ਬਿਨਾਂ ਬੱਚੇ ਦਾ ਜਨਮ ਨਹੀਂ। ਉਹ ਇੱਕ ਵੱਖਰਾ ਪ੍ਰਕਰਨ ਹੈ, ਜਦੋਂ ਉਹ ਸ਼ਬਦ ਆਉਣਗੇ ਉਹ ਇੱਕ ਵੱਖਰਾ ਪ੍ਰਕਰਨ ਚੱਲੇਗਾ, ਪਰ ਮੈਂ ਉੱਧਰ ਨਾ ਜਾਵਾਂ। ਮੈਂ ਇਸ ਪੰਕਤੀ ਨੂੰ ਥੋੜ੍ਹਾ ਜਿਹਾ ਖੋਲ੍ਹਣਾ ਚਾਹੁੰਦਾ ਕਿ ਜਿਹਦੇ ਅਰਥ ਬਹੁਤਾ ਤਾਰੇ ਕੀਤੇ ਜਾਂਦੇ ਨੇ ਕਿ ਜਿਹਦੇ ਹਿਰਦੇ ਵਿੱਚ ਪਰਮਾਤਮਾ ਦਾ ਨਾਮ ਨਹੀਂ ਵਸਿਆ ਉਹਦੀ ਮਾਂ ਬਾਂਝ ਹੋ ਜਾਏ। ਇੱਥੇ ਅਰਥ ਅਸਲ ਵਿੱਚ ਇਹ ਨਹੀਂ ਹੈ, ਕਿਉਂਕਿ ਪਹਿਲਾਂ ਰਹਾਉ ਵਾਲੀ ਪੰਕਤੀ ਨੂੰ ਆਪਾਂ ਤਾਂ ਸਮਝਿਆ, ਉੱਥੇ ਗੱਲ ਸਾਰੀ ਮਨ ਦੀ ਹੋ ਰਹੀ ਹੈ। ਮਨ ਨੇ ਹਰੀ ਪਰਮਾਤਮਾ ਤੋਂ ਟੁੱਟਿਆ ਹੋਇਆ ਹੈ ਅਤੇ ਗੁਰੂ ਦੀ ਗਿਆਨ ਨਾਲ ਮਨ ਨੂੰ ਸਮਝ ਪੈਂਦੀ ਹੈ ਕਿ ਮਨ ਪਰਮਾਤਮਾ ਦੀ ਤੂੰ ਜੋਤ ਹੈ, ਉਹਦੇ ਨਾਲ ਮਿਲਣਾ ਹੈ। ਹੁਣ ਇੱਥੇ ਸਾਹਿਬ ਜੀ ਗੱਲ ਮਨ ਦੀ ਹੋ ਰਹੀ ਹੈ ਅਤੇ ਜੀਵ ਦੀ ਗੱਲ ਹੋ ਰਹੀ ਹੈ। ਜਿਹੜਾ ਜੀਵ ਪਰਮਾਤਮਾ ਦਾ ਨਾਮ ਨਹੀਂ ਜਪ ਰਿਹਾ, ਗੱਲ ਉਹਦੀ ਹੋ ਰਹੀ ਹੈ। ਹੁਣ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚੋਂ ਆਓ ਥੋੜ੍ਹਾ ਜਿਹਾ ਸਮਝਣ ਦੀ ਕੋਸ਼ਿਸ਼ ਕਰੀਏ। ਮੇਰੇ ਸਾਹਿਬ ਜੀ ਧੰਨ ਗੁਰੂ ਨਾਨਕ ਦੇਵ ਜੀ ਦਾ ਇੱਕ ਗੌੜੀ ਰਾਗ ਵਿੱਚ ਸ਼ਬਦ ਹੈ। ਮੇਰੇ ਸਾਹਿਬ ਜੀ ਕਹਿੰਦੇ ਨੇ ਮਤ ਮਾਤਾ ਪਿਤਾ ਸੰਤੋਖ ਸਤ ਭਾਈ ਕਰ ਇਹ ਵਿਸ਼ੇਖ। ਉੱਥੇ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਗੌੜੀ ਰਾਗ ਵਿੱਚ ਕਹਿੰਦੇ ਨੇ ਇਹ ਮਾਤਾ ਕਿਹਨੂੰ ਕਿਹਾ ਗਿਆ, ਕਹਿੰਦੇ ਮਤ ਜਿਹੜੀ ਹੈ ਇਹ ਅਸਲ ਵਿੱਚ ਮਾਂ, ਅਤੇ ਪਿਤਾ ਕੌਣ, ਕਹਿੰਦੇ ਸੰਤੋਖ, ਅਤੇ ਸਤ ਭਾਈ ਕਰ ਵਿਸ਼ੇਖ, ਅਤੇ ਸਤ ਦਾ ਅਰਥ ਕੀਤਾ ਹੈ ਸੇਵਾ ਕਰਨੀ। ਕਹਿੰਦੇ ਸੇਵਾ ਭਾਵ ਜਿਹੜੀ ਹੈ ਜਾ ਕੇ ਕਰਨੀ, ਇਹ ਤੇਰੇ ਭਰਾ ਹਨ। ਹੁਣ ਸਤਿਗੁਰੂ ਗ੍ਰੰਥ ਸਾਹਿਬ ਦੀ ਬਾਣੀ ਤਾਂ ਇਹ ਕਹਿੰਦੀ ਹੈ ਕਿ ਇਹ ਜੀਵ ਤੇਰੀ ਮਤ ਜਿਹੜੀ ਇਹ ਮਾਂ ਹੈ। ਜਦੋਂ ਸਤਿਗੁਰੂ ਗੁਰੂ ਨਾਨਕ ਦੇਵ ਜੀ ਦਾ ਸਿੱਧਾ ਨਾਲ ਮਿਲਾਪ ਹੋਇਆ, ਚਰਚਾ ਹੋਈ ਹੈ ਨਾ, ਉਦੋਂ ਵੀ ਭਾਈ ਗੁਰਦਾਸ ਕਹਿੰਦੇ ਗੁਰੂ ਨਾਨਕ ਦੇਵ ਜੀ ਨੇ ਭੰਗਰਨਾਥ ਨੂੰ ਜਿਹੜਾ ਸ਼ਬਦ ਵਰਤਿਆ ਸੀ ਨਾ, ਉਹ ਵੀ ਇਹ ਵਰਤਿਆ ਸੀ ਭੰਗਰਨਾਥ ਤੇਰੀ ਮਾਂ ਕਚੱਜੀ ਆਈ। ਉੱਥੇ ਮਾਂ ਕਚੱਜੀ ਦਾ ਮਤਲਬ ਇਹ ਨਹੀਂ ਸੀ ਕਿ ਭੰਗਰਨਾਥ ਨੂੰ ਜਨਮ ਦੇਣ ਵਾਲੀ, ਉਹਦਾ ਉੱਥੇ ਜ਼ਿਕਰ ਨਹੀਂ ਹੈ। ਇਹ ਭੰਗਰਨਾਥ ਤੇਰੀ ਮੱਤ ਜਿਹੜੀ ਮੱਤ ਰੂਪੀ ਮਾਂ ਇੰਨੀ ਕੁਚੱਜੀ ਹੈ, ਤੇਰੀ ਮੱਤ ਨੇ ਇਸ ਗੱਲ ਦਾ ਸਮਝ ਹੀ ਨਹੀਂ ਆਈ ਤੈਨੂੰ ਕਿ ਤੂੰ ਕਹਿਣਾ ਹੈ ਕਿ ਅਸੀਂ ਸੰਸਾਰ ਦੀ ਜਿਹੜੀ ਇਹ ਗ੍ਰਸਤ ਮਾਰਗ ਚਲਾਇਆ ਹੈ, ਤੂੰ ਕਹਿਣਾ ਕਿਉਂ ਚਲਾ ਦਿੱਤਾ ਹੈ। ਤੇਰੀ ਮੱਤ ਦੇ ਉੱਤੇ ਅਸਲ ਵਿੱਚ ਤੇਰੀ ਮੱਤ ਜਿਹੜੀ ਹੈ, ਸਤਿਗੁਰੂ ਗੁਰੂ ਨਾਨਕ ਦੇਵ ਜੀ ਕਹਿੰਦੇ ਅਸਲ ਵਿੱਚ ਕੁਚੱਜੀ ਹੈ। ਤੇਰੀ ਮੱਤ ਨੂੰ ਇਹ ਸਮਝ ਨਹੀਂ ਹੈ ਕਿ ਗ੍ਰਸਤੀਆਂ ਦੇ ਘਰਾਂ ਵਿੱਚ ਵੀ ਜਾ ਕੇ ਤੁਸੀਂ ਮੰਗਦੇ ਹੋ, ਉੱਥੋਂ ਰੋਟੀ ਖਾਂਦੇ ਹੋ। ਖੈਰ ਸਤਿਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਆਓ ਹੋਰ ਵੀ ਬਚਨ ਆਉਂਦੇ ਨੇ। ਮੇਰੇ ਸਾਹਿਬ ਕਿਰਪਾ ਕਰਦੇ ਨੇ ਕਿ ਉਸ ਹਰੀ ਪਰਮਾਤਮਾ ਵਾਹਿਗੁਰੂ ਦਾ ਨਾਮ ਨਾ ਜਪਣ ਵਾਲੇ ਦੀ, ਉਸ ਦੀ ਮੱਤ ਦੀ ਗੱਲ ਹੋ ਰਹੀ ਹੈ, ਨਾ ਕਿ ਜਿਹੜਾ ਜਨਮ ਦੇਣ ਵਾਲੀ ਮਾਂ ਉਹਦੀ ਗੱਲ ਇੱਥੇ ਨਹੀਂ ਚੱਲ ਰਹੀ। ਜਿਵੇਂ ਭੱਟਾਂ ਨੇ ਆਪਣੇ ਸਵਈਆਂ ਵਿੱਚ ਗੁਰੂ ਰਾਮਦਾਸ ਮਹਾਰਾਜ ਜੀ ਦੀ ਵਡਿਆਈ ਕਰਦਿਆਂ ਸ਼ਬਦ ਵਰਤਿਆ, ਉਹ ਕਹਿੰਦੇ ਨੇ ਮਤ ਮਾਤਾ ਸੰਤੋਖ ਪਿਤਾ ਸਰ ਸਹਿਜ ਸਮਾਇਓ। ਧੰਨ ਗੁਰੂ ਰਾਮਦਾਸ ਮਹਾਰਾਜ ਜੀ, ਤੁਹਾਡੇ ਕੋਲ ਜਿਹੜੀ ਮਤ ਅਕਲ ਹੈ ਨਾ, ਇਹ ਤੁਹਾਡੀ ਮਾਂ, ਅਤੇ ਤੁਹਾਡੇ ਕੋਲ ਸੰਤੋਖ ਪਿਤਾ। ਕੀ ਗੁਰੂ ਰਾਮਦਾਸ ਮਹਾਰਾਜ ਜੀ ਨੂੰ ਜਿਹੜੀ ਜਨਮ ਦੇਣ ਵਾਲੀ ਮਾਤਾ ਹੈ ਜਾਂ ਪਿਤਾ ਹੈ, ਉਹਨਾਂ ਦੀ ਗੱਲ ਕੀ ਸੰਤੋਖ ਪਿਤਾ? ਉੱਥੇ ਪਿਤਾ ਦਾ ਨਾਂ ਸੰਤੋਖ ਨਹੀਂ, ਉਹ ਤਾਂ ਪਿਤਾ ਦਾ ਨਾਂ ਹਰਦਾਸ ਹੈ। ਭੱਟ ਸਾਹਿਬਾਨ ਕਹਿੰਦੇ ਨੇ ਤੁਸੀਂ ਅਸਲ ਵਿੱਚ ਸ਼ੁਭ ਗੁਣਾਂ ਦੇ ਵਿੱਚ ਪਲੇ ਹੋਏ ਹੋ। ਧੰਨ ਗੁਰੂ ਅਮਰਦਾਸ ਮਹਾਰਾਜ ਜੀ ਦੀ ਗੋਦ ਵਿੱਚ ਸ਼ੁਭ ਗੁਣਾਂ ਦੇ ਵਿੱਚ ਤੁਸੀਂ ਪਲੇ ਹੋਏ ਹੋ, ਤੁਹਾਨੂੰ ਪਾਲਿਆ ਹੋਇਆ ਇਹਨਾਂ ਗੁਣਾਂ ਦੇ ਵਿੱਚ। ਹੁਣ ਜਦੋਂ ਥੋੜ੍ਹਾ ਜਿਹਾ ਹੋਰ ਸਮਝਣ ਦੀ ਕੋਸ਼ਿਸ਼ ਕਰੀਏ ਤਾਂ ਕਿ ਗੱਲ ਪੂਰੀ ਪਕੜ 'ਚ ਆ ਜਾਏ ਕਿ ਜੀਵ ਦੀ ਗੱਲ ਹੋ ਰਹੀ ਹੈ। ਭਗਤ ਕਬੀਰ ਸਾਹਿਬ ਜੀ ਦਾ ਇੱਕ ਬਚਨ ਹੈ ਜਿਹਦੇ ਵਿੱਚ ਉਹਨਾਂ ਨੇ ਕੁਝ ਸ਼ਬਦ ਵਰਤੇ ਨੇ, ਅਤੇ ਉਹ ਕਹਿੰਦੇ ਨੇ ਕਿ ਜਦੋਂ ਪਹਿਲੀ ਭੈੜੀ ਮੱਤ ਹੋਵੇ, ਜਿਸ ਮੱਤ ਦੇ ਨਾਲ ਹਰੀ ਪਰਮਾਤਮਾ ਵਾਹਿਗੁਰੂ ਦੀ ਸਮਝ ਨਹੀਂ ਆਉਂਦੀ, ਸੋਝੀ ਨਹੀਂ ਆਉਂਦੀ, ਪਤਾ ਨਹੀਂ ਲੱਗਦਾ, ਭਗਤ ਕਬੀਰ ਸਾਹਿਬ ਜੀ ਕਹਿੰਦੇ ਉਹ ਜਿਹੜੀ ਮੱਤ ਹੈ ਨਾ, ਉਹ ਜਿਹੜਾ ਮਨ ਹੈ ਨਾ, ਉਸ ਦੀ ਗੱਲ ਕਰਦਿਆਂ ਹੋਇਆਂ ਕਹਿੰਦੇ ਨੇ ਜਿਹੜਾ ਮਨ, ਜਿਹੜੀ ਬੁੱਧੀ, ਜਿਹੜੀ ਮੱਤ ਹਰੀ ਪਰਮਾਤਮਾ ਤੋਂ ਤੋੜ ਕੇ ਰੱਖਦੀ ਸੀ, ਕਬੀਰ ਸਾਹਿਬ ਕਹਿੰਦੇ ਕੀ ਹੋਇਆ, ਗੁਰੂ ਨੇ ਸਮਝ ਤੇ ਗਿਆਨ ਦੇ ਦਿੱਤਾ। ਮੇਰਾ ਪਹਿਲਾ ਉਹ ਮਨ, ਪਹਿਲੀ ਉਹ ਮੇਰੀ ਮੱਤ ਚਲੀ ਗਈ। ਹੁਣ ਨਵੀਂ ਅਕਲ, ਨਵੀਂ ਮੱਤ
ਜਦੋਂ ਅਕਾਲ ਪੁਰਖ ਨੇ ਬਖਸ਼ਿਸ਼ ਕੀਤੀ ਹੈ, ਤੇ ਉੱਥੇ ਫਿਰ ਉਹਨਾਂ ਸ਼ਬਦ ਪਤਾ ਕੀ ਵਰਤੇ ਨੇ? ਉਹਨਾਂ ਸ਼ਬਦ ਵਰਤੇ ਨੇ ਪਰਿਵਾਰ ਨਾਲ ਸੰਬੰਧਿਤ। ਉੱਥੇ ਉਹਨਾਂ ਨੇ ਮਨ ਅਤੇ ਮਤ ਨੂੰ ਵਹੁਟੀ ਕਿਹਾ ਹੈ। ਕਬੀਰ ਸਾਹਿਬ ਜੀ ਨੇ ਕਹਿੰਦੇ, ਪਹਿਲੀ ਕਰੂਪ ਕੁਜਾਤ ਕੁਲੱਖਣੀ ਸਹੁਰੇ ਪਈਏ ਬੁਰੀ। ਕਹਿਣ ਲੱਗੇ ਪਹਿਲੀ ਜਿਹੜੀ ਮੇਰੀ ਇਸਤਰੀ ਸੀ ਨਾ, ਹੁਣ ਇਸਤਰੀ ਦਾ ਮਤਲਬ ਉੱਥੇ ਘਰ ਵਾਲੀ ਦੀ ਗੱਲ ਨਹੀਂ ਹੋ ਰਹੀ, ਉੱਥੇ ਗੱਲ ਉਹ ਵੀ ਮਤ ਦੀ ਹੋ ਰਹੀ ਹੈ, ਅਕਲ ਦੀ ਹੋ ਰਹੀ ਹੈ, ਮਨ ਦੀ ਹੋ ਰਹੀ ਹੈ। ਪਹਿਲੀ ਕਰੂਪ ਕੁਜਾਤ ਕੁਲੱਖਣੀ ਸਹੁਰੇ ਪਈਏ ਬੁਰੀ, ਅਬ ਕੀ ਸਰੂਪ ਸੁਜਾਨ ਸੁਲੱਖਣੀ ਸਹਿਜੇ ਉਦਰ ਭਰੀ। ਕਹਿ ਲੱਗੇ ਜਿਹੜੀ ਹੁਣ ਸੋਹਣੀ ਤੇ ਸੁਜਾਨ ਮੈਨੂੰ ਵਹੁਟੀ ਮਿਲੀ ਹੈ, ਭਾਵ ਅਕਲ ਮਤ। ਕਹਿਣ ਲੱਗੇ ਜੁਗ ਜੁਗ ਜੀਵੋ ਅਬ ਕੀ ਧਰੀ, ਹੁਣ ਇਹ ਜੁਗਾਂ ਜੁਗੰਤਰਾਂ ਤੱਕ ਜੀਵੇ ਇਹ ਮਤ ਇਹ ਅਕਲ। ਤੇ ਉੱਥੇ ਇੱਕ ਸ਼ਬਦ ਵਰਤਿਆ ਭਲੀ ਸਰੀ। ਭਲੀ ਸਰੀ ਦਾ ਅਰਥ ਹੈ ਚੰਗਾ ਹੋਇਆ। ਮੂਈ ਮੈਨੇ ਮਰ ਗਈ, ਮੇਰੀ ਪਹਿਲੀ ਬਰੀ ਮੈਨੇ ਇਸਤਰੀ ਵਿਆਹੀ ਹੋਈ। ਹੁਣ ਜੇ ਇਸ ਸ਼ਬਦ ਦੇ ਕੇਵਲ ਅੱਖਰੀ ਅਰਥ ਲੈ ਕੇ ਬਹਿ ਜਾਵਾਂਗੇ ਤਾਂ ਉਹ ਅੱਖਰੀ ਅਰਥ ਇਹ ਬਣਨਗੇ ਕਿ ਕਬੀਰ ਸਾਹਿਬ ਕਹਿੰਦੇ ਹੈ ਕਿ ਮੇਰੀ ਪਹਿਲੀ ਇਸਤਰੀ ਜਿਹੜੀ ਮਰ ਗਈ, ਚੰਗਾ ਹੋਇਆ, ਹੁਣ ਜਿਹੜੀ ਮੈਂ ਨਵੀਂ ਵਿਆਹ ਕੇ ਲਿਆਂਦੀ ਉਹ ਜੁਗ ਜੁਗ ਜੀਵੇ। ਉੱਥੇ ਇਹ ਨਹੀਂ ਭਾਵ, ਕਿਉਂਕਿ ਕਬੀਰ ਸਾਹਿਬ ਦਾ ਇੱਕ ਹੀ ਵਿਆਹ ਹੈ, ਦੋ ਤਾਂ ਉਹਨਾਂ ਦੇ ਵਿਆਹ ਹੀ ਨਹੀਂ। ਹੁਣ ਜਦੋਂ ਗੁਰਬਾਣੀ ਨੂੰ ਇਸ ਤਰ੍ਹਾਂ ਅਸੀਂ ਸਮਝਣ ਦੀ ਕੋਸ਼ਿਸ਼ ਕਰਾਂਗੇ, ਫਿਰ ਪਤਾ ਲੱਗਦਾ ਵੀ ਗੁਰਬਾਣੀ ਅਸਲ ਵਿੱਚ ਕਹਿ ਕੀ ਰਹੀ ਹੈ। ਸਿੱਧੇ ਅਰਥ ਕਰਕੇ ਜਾਂ ਕਹਾਣੀਆਂ ਬਣਾ ਕੇ ਸੁਣਾ ਕੇ ਤੁਰ ਜਾਈਏ, ਉਹ ਤਾਂ ਬੜਾ ਸੌਖਾ ਕੰਮ ਹੈ, ਪਰ ਸ਼ਬਦਾਂ ਨੂੰ ਗਹਿਰਾਈ ਤੱਕ ਸਮਝਣਾ ਇਹੀ ਅਸਲ ਵਿੱਚ ਦਿਮਾਗ। ਗੁਰੂ ਮਹਾਰਾਜ ਮਤ ਬੁੱਧ ਬਖਸ਼ਿਸ਼ ਕਰੇ ਤੇ ਜੀਵਨ ਨੂੰ ਸਮਝਣ ਦੀ ਕੋਸ਼ਿਸ਼ ਕਰੇ। ਹੁਣ ਸਤਿਗੁਰੂ ਗਰੀਬ ਨਿਵਾਸ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਬਾਣੀ ਵਿੱਚ ਮੈਂ ਹੋਰ ਵੀ ਬੜੇ ਇਹਦੇ ਪ੍ਰਮਾਣ ਦੇ ਸਕਦਾ, ਪਰ ਸਮੇਂ 'ਚ ਰਹਿ ਕੇ ਸ਼ਬਦ ਦੀ ਪੂਰੀ ਵਿਚਾਰ ਕਰਨੀ। ਇੱਕ ਕਬੀਰ ਸਾਹਿਬ ਦਾ ਹੋਰ ਸ਼ਬਦ ਹੈ। ਭਗਤ ਕਬੀਰ ਸਾਹਿਬ ਜੀ ਕਹਿੰਦੇ, ਕਹੋ ਕਬੀਰ ਪ੍ਰਗਟ ਭਈ ਖੇਡ, ਲੈ ਲੈ ਕੋ ਚੁੰਗੇ ਨਿਤ ਭੇੜ। ਹੁਣ ਜੇ ਅੱਖਰੀ ਅਰਥ ਕਰਾਂਗੇ ਤੇ ਇਹ ਬਣਦੇ ਨੇ, ਭਗਤ ਕਬੀਰ ਸਾਹਿਬ ਕਹਿੰਦੇ ਜਗਤ ਦਾ ਤਮਾਸ਼ਾ ਵੇਖੋ, ਇਸ ਜਗਤ ਵਿੱਚ ਖੇਡ ਕੀ ਵਰਤ ਰਹੀ ਹੈ ਕਿ ਲੇਲੇ ਨੂੰ ਭੇਡ ਚੁੰਗ ਰਹੀ ਹੈ। ਹੁਣ ਜੇ ਅੱਖਰੀ ਅਰਥ ਕਰਾਂਗੇ ਤੇ ਕੋਈ ਬੰਦਾ ਵੀ ਪੁੱਛੇਗਾ ਵੀ ਲੇਲੇ ਨੂੰ ਭੇਡ ਤਾਂ ਚੁੰਗ ਹੀ ਨਹੀਂ ਸਕਦੀ। ਹੁਣ ਉੱਥੇ ਵੀ ਗੱਲ ਅਸਲ ਵਿੱਚ ਇਹ ਹੈ ਕਿ ਜਿਹੜਾ ਮਨ ਰੂਪੀ ਲੇਲਾ ਹੈ ਨਾ, ਤੇ ਮਤ ਰੂਪੀ ਜਿਹੜੀ ਭੇਡ ਹੈ, ਮਨ ਨੇ ਅਸਲ ਵਿੱਚ ਮਤ ਦੇ ਮਗਰ ਚੱਲਣਾ ਹੈ, ਪਰ ਹੋ ਉਲਟ ਰਿਹਾ ਹੈ ਕਿ ਮਤ ਮਨ ਦੇ ਮਗਰ ਲੱਗੀ ਹੋਈ ਹੈ। ਭਾਵ ਕਿ ਜਿਹੜੀ ਮਤ ਰੂਪੀ ਭੇਡ ਹੈ, ਲੇਲੇ ਰੂਪੀ ਮਨ ਦੇ ਮਗਰ ਲੱਗੀ ਹੋਈ। ਜੋ ਮਨ ਕਹਿ ਰਿਹਾ ਮਤ ਉਹੀ ਕਰੀ ਜਾ ਰਹੀ ਹੈ, ਬੁੱਧੀ ਉਹੀ ਕਰੀ ਜਾ ਰਹੀ ਹੈ। ਤੋ ਸਤਿਗੁਰੂ ਮਹਾਰਾਜ ਜੀ ਵੀ ਅਸਲ ਵਿੱਚ ਇੱਥੇ ਇਹੀ ਕਹਿ ਰਹੇ ਨੇ ਕਿ ਉਹ ਜਿਹੜੀ ਮਤ ਹੈ ਨਾ, ਮਤ ਰੂਪੀ ਮਾਂ ਹੈ ਸਾਡੀ, ਉਹ ਬਾਂਝ ਹੋ ਜਾਏ। ਬਾਂਝ ਦਾ ਮਤਲਬ ਉਹਦੇ ਵਿੱਚੋਂ ਚੰਗੇ ਵਿਚਾਰ ਨਹੀਂ ਪੈਦਾ ਹੋ ਰਹੇ, ਉਹਦੇ ਵਿੱਚੋਂ ਚੰਗੇ ਗੁਣ ਨਹੀਂ ਪੈਦਾ ਹੋ ਰਹੇ। ਤੇ ਬਾਂਝ ਹੋਏ ਦਾ ਅਰਥ ਇਹ ਨਹੀਂ ਕਿ ਹੋ ਜਾਵੇ, ਇੱਥੇ ਅਰਥ ਹੈ ਬਾਂਝ ਹੋਈ ਹੈ ਸਾਡੀ ਮਤ, ਜਿਹਦੇ ਵਿੱਚੋਂ ਸ਼ੁਭ ਗੁਣ ਨਹੀਂ ਪੈਦਾ ਹੋ ਰਹੇ, ਜਿਹਦੇ ਵਿੱਚੋਂ ਚੰਗੇ ਫੁਰਨੇ ਵਿਚਾਰ ਨਹੀਂ ਪੈਦਾ ਹੋ ਰਹੇ। ਉਹ ਬਾਂਝ ਦਾ ਅਰਥ ਹੈ ਜੋ ਪੈਦਾ ਨਾ ਕਰ ਸਕੇ, ਭਾਵ ਉਹ ਮਤ ਜਿਹਦੇ ਵਿੱਚੋਂ ਸ਼ੁਭ ਗੁਣ ਪੈਦਾ ਨਹੀਂ ਹੁੰਦੇ। ਹੁਣ ਜੇ ਅਸੀਂ ਇਸ ਸ਼ਬਦ ਨੂੰ ਬਾਹਰੀ ਤੌਰ 'ਤੇ ਢਕਾਵਾਂਗੇ ਨਾ, ਤੇ ਗੁਰਮੁਖੋ ਸਾਡੇ ਇਤਿਹਾਸ ਦੇ ਵਿੱਚ ਬਹੁਤ ਕੁਝ ਐਸਾ ਹੈ ਜਿਹਦੇ ਤੇ ਗੁਰੂਆਂ ਦੇ ਜੀਵਨ ਉੱਤੇ, ਗੁਰੂਆਂ ਦੇ ਪਰਿਵਾਰਾਂ ਤੇ ਜੀਵਨ ਤੇ ਕਿੰਤੂ ਚਲੇ ਜਾਏਗਾ। ਉਦਾਹਰਨ ਦੇ ਤੌਰ ਤੇ, ਜਿਸ ਮਾਂ ਨੇ ਬਾਬਾ ਪਿਰਥੀ ਚੰਦ ਨੂੰ ਜਨਮ ਦਿੱਤਾ ਹੈ, ਜਿਸ ਮਾਂ ਨੇ ਮਹਾਂਦੇਵ ਨੂੰ ਜਨਮ ਦਿੱਤਾ ਹੈ, ਉਸੇ ਮਾਂ ਨੇ ਤਾਂ ਗੁਰੂ ਅਰਜਨ ਦੇਵ ਮਹਾਰਾਜ ਨੂੰ ਜਨਮ ਦਿੱਤਾ ਹੈ। ਫਿਰ ਜਦੋਂ ਪਿਰਥੀ ਚੰਦ ਦੀ ਗੱਲ ਆਵੇਗੀ ਤੇ ਕੀ ਮਾਤਾ ਭਾਨੀ ਨੂੰ ਅਸੀਂ ਉਹਨਾਂ ਦੇ ਬਾਰੇ ਕਹਿ ਸਕਾਂਗੇ ਵੀ ਪਿਰਥੀ ਚੰਦ ਤਾਂ ਜਿਹੜਾ ਹੈ, ਜਾਂ ਧੀਰ ਮੱਲੀਆ ਕਹਿ ਲਓ, ਰਾਮ ਰਾਈਆ ਕਹਿ ਲਓ, ਉਹਨਾਂ ਦੀ ਮਾਂ ਵੀ ਉਹੀ ਹੈ, ਤੇ ਗੁਰੂ ਹਰਕ੍ਰਿਸ਼ਨ ਮਹਾਰਾਜ ਜੀ ਦੀ ਮਾਂ ਵੀ ਉਹੀ ਹੈ, ਰਾਮ ਰਾਏ ਦੀ ਮਾਂ ਵੀ ਤਾਂ ਉਹੀ ਹੈ, ਤੇ ਗੁਰੂ ਹਰਕ੍ਰਿਸ਼ਨ ਸਾਹਿਬ ਦੀ ਮਾਂ ਵੀ ਉਹੀ ਹੈ। ਪਰ ਰਾਮ ਰਾਏ ਜਿਹੜੇ ਜਾਂ ਧੀਰ ਮੱਲੀਏ ਜਾਂ ਜਿਹੜੇ ਹਨ, ਜਾਂ ਪਿਰਥੀ ਚੰਦ ਹੈ, ਉਹਨਾਂ ਨੂੰ ਤਾਂ ਗੁਰੂ ਘਰ ਦੇ ਵਿੱਚੋਂ ਦਰਕਾਰਿਆ ਗਿਆ ਹੈ। ਉਹਨਾਂ ਦੇ ਬਾਰੇ ਤਾਂ ਕਿਹਾ ਗਿਆ ਮੇਨੇ ਮਸੰਦੀਆਂ ਨਾਲ ਤੇ ਇਹ ਰਾਮ ਰਾਈਆਂ ਨਾਲ ਮਿਲਾਪ ਨਹੀਂ ਕਰਨਾ। ਇੱਕ ਪੁੱਤ ਨੂੰ ਮਾਂ ਜਨਮ ਦੇਵੇ ਤੇ ਉਹਦੇ ਬਾਰੇ ਕਹਿ ਦਈਏ ਕਿ ਮਾਂ ਦੇ ਚੰਗੇ ਗੁਣਾਂ ਕਰਕੇ ਹੈ, ਤੇ ਕੀ ਦੂਜੀ ਵਾਰੀ ਕੀ ਹੋਇਆ। ਸੋ ਇਸ ਕਰਕੇ ਬਹੁਤ ਐਸਾ ਹੈ, ਜੇ ਅਸੀਂ ਉਸ ਨੂੰ ਗਹਿਰਾਈ ਤੱਕ ਨਾ ਸਮਝਾਂਗੇ, ਕਿਉਂਕਿ ਅਗਲਾ ਸਵਾਲ ਕਰ ਸਕਦਾ ਹੈ, ਸਵਾਲ ਉੱਠ ਸਕਦੇ ਹੈ ਕਿ ਜੇ ਉਸ ਮਾਂ ਦੀ ਗੱਲ ਹੈ ਤੇ ਇੱਕ ਮਾਂ ਦੀ ਕੁੱਖ ਵਿੱਚੋਂ ਇੱਕ ਪੁੱਤਰ ਭਗਤ ਪੈਦਾ ਹੋ ਰਿਹਾ ਹੈ, ਇੱਕ ਮਾਂ ਦੀ ਕੁੱਖ ਵਿੱਚੋਂ ਚੋਰ ਪੈਦਾ ਹੋ ਰਿਹਾ, ਤੇ ਉੱਥੇ ਮਾਂ ਦਾ ਕੀ ਦੋਸ਼ ਹੈ। ਸੋ ਇਸ ਕਰਕੇ ਮਾਂ ਨੂੰ ਗਾਲ ਨਹੀਂ ਇੱਥੇ ਕੱਢੀ ਗਈ, ਨਾ ਮਾਂ ਦੀ ਇੱਥੇ ਗੱਲ ਹੋ ਰਹੀ ਹੈ। ਭਾਵੇਂ ਕਿ ਸਾਖੀਕਾਰਾਂ, ਕਹਾਣੀਕਾਰਾਂ ਨੇ, ਅਰਥ ਕਰਨ ਵਾਲਿਆਂ ਨੇ ਇਹਦੇ ਅਰਥ ਬਾਹਰੀ ਤੌਰ 'ਤੇ ਹੀ ਕੀਤੇ ਹੈ ਕਿ ਮਾਂ ਦੀ ਗੱਲ ਹੈ, ਪਰ ਜੋ ਅਸੀਂ ਸ਼ਬਦ ਦੇ ਪ੍ਰਕਰਨ ਦੇ ਮੁਤਾਬਕ ਉਹਨੂੰ ਸਮਝਣ ਦੀ ਕੋਸ਼ਿਸ਼ ਕਰਾਂਗੇ ਤਾਂ ਇੱਥੇ ਉਸ ਮਾਂ ਦਾ ਜ਼ਿਕਰ ਨਹੀਂ ਹੋ ਰਿਹਾ ਜਿਸ ਮਾਂ ਨੇ ਜਨਮ ਦਿੱਤਾ ਹੈ। ਇੱਥੇ ਮੱਤ ਰੂਪੀ ਮਾਂ ਦੀ ਗੱਲ ਹੋ ਰਹੀ ਹੈ ਕਿ ਮੱਤ ਰੂਪੀ ਮਾਂ ਬਾਂਝ ਹੋਈ ਪਈ ਹੈ, ਤੇ ਜਿਸ ਮਨੁੱਖ ਦੀ ਮੱਤ ਰੂਪੀ ਮਾਂ ਬਾਂਝ ਹੋ ਜਾਏ, ਉਹਦੇ ਵਿੱਚੋਂ ਚੰਗੇ ਗੁਣ ਪੈਦਾ ਨਹੀਂ ਹੁੰਦੇ, ਚੰਗੇ ਖਿਆਲ ਪੈਦਾ ਨਹੀਂ ਹੁੰਦੇ, ਫਿਰ ਉਹਦਾ ਜੀਵਨ ਕਿੱਦਾਂ ਦਾ ਬਣ ਜਾਂਦਾ। ਗੁਰੂ ਸਾਹਿਬ ਅਗਲੀ ਪੰਕਤੀ ਵਿੱਚ ਬੜਾ ਕਲੀਅਰ ਕਰਦੇ ਨੇ
ਤਿਨ ਸੁਣੀ ਦੇਹ ਫਿਰੈ ਬਿਨ ਨਾਵੈ। ਕੋਈ ਖੱਪ ਖੱਪ ਮੂਏ ਕਰਾਂਜਾ। ਉਹ ਜਿਹੜਾ ਜੀਵ ਹੈ ਨਾ, ਉਹ ਜਿਹੜੇ ਜੀਵ ਦੇ ਅੰਦਰ ਫਿਰ ਹਰੀ ਪ੍ਰਮਾਤਮਾ ਵਾਹਿਗੁਰੂ ਦੇ ਨਾਮ ਦਾ ਵਾਸਾ ਨਹੀਂ, ਉਹਦੀ ਦੇਹ ਸੁੰਨੀ ਹੋਈ ਫਿਰਦੀ ਹੈ ਨਾਮ ਤੋਂ ਬਿਨਾਂ। ਉਹ ਜੀਵ ਖੱਪ ਰਿਹਾ, ਮਰ ਰਿਹਾ ਹੈ। ਤੇ ਸਾਹਿਬ ਜੀ ਕਹਿੰਦੇ ਨੇ ਆਤਮਿਕ ਤੌਰ 'ਤੇ ਮਰਿਆ ਹੋਇਆ ਜੀਵ ਉਹ ਬੜਾ ਦੁਖੀ ਹੋ ਰਿਹਾ ਹੈ, ਬੜਾ ਵਿਰਲਾਪ ਕਰ ਰਿਹਾ ਹੈ, ਬੜਾ ਕੁਰਲਾ ਰਿਹਾ ਹੈ ਪਰਮਾਤਮਾ ਵਾਹਿਗੁਰੂ ਦੇ ਨਾਮ ਤੋਂ ਟੁੱਟ ਕੇ। ਕਿਉਂਕਿ ਬਾਣੀ ਕਹਿੰਦੀ ਹੈ ਪਰਮੇਸ਼ਰ ਤੇ ਭੁੱਲਿਆ ਵਿਆਪਨ ਸਭੈ ਰੋਗ, ਵੇ ਮੁਖ ਹੋਏ ਰਾਮ ਤੇ ਲੱਗਣ ਜਨਮ ਵਿਜੋਗ। ਸਤਿਗੁਰੂ ਮਹਾਰਾਜ ਜੀ ਕਹਿੰਦੇ ਨੇ ਉਸ ਜੀਵ ਦਾ ਜਿਹੜਾ ਜੀਵਨ ਹੈ ਇਸ ਤਰ੍ਹਾਂ ਦਾ ਬਣ ਜਾਂਦਾ ਹੈ ਜਿਹਦੀ ਮੱਤ ਵਿੱਚੋਂ ਚੰਗੇ ਸ਼ੁਭ ਗੁਣ ਪੈਦਾ ਨਹੀਂ ਹੁੰਦੇ। ਉਹ ਜੀਵ ਦੀ ਦੇਹ ਜਿਹੜੀ ਹੈ ਸੁੰਨੀ ਹੈ ਨਾਮ ਤੋਂ ਬਿਨਾਂ। ਉਹ ਜੀਵ ਖੱਪ ਰਿਹਾ, ਮਰ ਰਿਹਾ ਹੈ ਤੇ ਹਰ ਵੇਲੇ ਦੁਖੀ ਰਹਿੰਦਾ ਹੈ ਪਰਮਾਤਮਾ ਦੇ ਨਾਮ ਤੋਂ ਟੁੱਟ ਕੇ। ਤੋ ਸਾਹਿਬ ਕਿਰਪਾ ਕਰਦੇ ਨੇ ਸ਼ਬਦ ਦੇ ਦੂਸਰੇ ਬੰਦ ਵਿੱਚ, ਹਰ ਕੀਰਤ ਕਲ ਯੁਗ ਪਦ ਉਤਮ, ਹਰ ਪਾਈਐ ਸਤਿਗੁਰ ਮਾਝਾ। ਸਾਹਿਬ ਕਿਰਪਾ ਕਰਦੇ ਨੇ ਹਰੀ ਦੀ ਕੀਰਤੀ, ਪ੍ਰਭੂ ਦੀ ਵਡਿਆਈ ਇਸ ਸਮੇਂ ਅੰਦਰ ਬੜੀ ਉੱਤਮ, ਬੜੀ ਮਹਾਨ ਹੈ। ਤੇ ਸਾਹਿਬ ਜੀ ਕਹਿੰਦੇ ਨੇ ਪਰ ਇਹ ਦਾਤ ਮਿਲੇ ਕਿੱਥੋਂ? ਹਰੀ ਦੀ ਕੀਰਤੀ ਕਿੱਥੋਂ ਮਿਲਦੀ ਹੈ? ਪਰਮਾਤਮਾ ਦੀ ਵਡਿਆਈ ਕਰਨ ਦੀ ਸਮਝ ਕਿੱਥੋਂ ਮਿਲਦੀ ਹੈ? ਹਰ ਪਾਈਐ ਸਤਿਗੁਰੂ, ਸਤਿਗੁਰੂ ਦੇ ਰਾਹੀਂ ਗੁਰੂ ਕਿਰਪਾ ਕਰੇ, ਗੁਰੂ ਰਹਿਮਤ ਜਦੋਂ ਕਰਦਾ ਹੈ ਫਿਰ ਹਰੀ ਪਰਮਾਤਮਾ ਦੀ ਕੀਰਤੀ ਕਰਨ ਲਈ ਜੀਵ ਦਾ ਮਨ ਤੁਰਦਾ ਹੈ ਇਸ ਬੰਨੇ ਨੂੰ, ਉਹਨੂੰ ਸਤਸੰਗਤ ਮਿਲਦੀ ਹੈ। ਤੇ ਸਾਹਿਬ ਕਿਰਪਾ ਕਰਦੇ ਨੇ ਫਿਰ ਐਸੇ ਗੁਰੂ ਤੋਂ ਕੁਰਬਾਨ ਜਾਓ ਜਿਸ ਗੁਰੂ ਨੇ ਕਿਰਪਾ ਕਰਕੇ ਇਸ ਮਤ ਬੁੱਧ ਨੂੰ ਬਦਲ ਕੇ ਹਰੀ ਪਰਮਾਤਮਾ ਦੇ ਵਾਲੇ ਬੰਨੇ ਲਾ ਦਿੱਤਾ। ਉਸ ਗੁਰੂ ਦੇ ਬਾਰੇ ਕਹਿੰਦੇ ਨੇ ਹਉ ਬਲਿਹਾਰੀ ਸਤਿਗੁਰ ਆਪੋਨੇ, ਜਿਨ ਗੁਪਤ ਨਾਮ ਪਰਗਾਜਾ। ਪਰਗਾਜਾ ਦਾ ਮਤਲਬ ਪ੍ਰਗਟ ਕਰ ਦਿੱਤਾ। ਉਸ ਗੁਰੂ ਤੋਂ ਬਲਿਹਾਰ ਜਾਈਏ, ਉਸ ਗੁਰੂ ਤੋਂ ਸਦਕੇ ਜਾਈਏ ਜਿਸ ਗੁਰੂ ਨੇ ਇਸ ਅੰਦਰ ਗੁਪਤ ਨਾਮ ਨੂੰ ਪ੍ਰਗਟ ਕਰ ਦਿੱਤਾ ਹੈ। ਸਾਹਿਬ ਕਿਰਪਾ ਕਰਦੇ ਨੇ ਕਿ ਉਸ ਗੁਰੂ ਤੋਂ ਕੁਰਬਾਨ ਜਾਓ। ਅਸੀਂ ਰੋਜ਼ਾਨਾ ਆਸਾ ਦੀ ਵਾਰ ਦੇ ਬਚਨ ਪੜ੍ਹਦੇ ਹਨ। ਸਾਹਿਬ ਜੀ ਕਹਿੰਦੇ ਨੇ ਕਿ ਦਿਨ ਵਿੱਚ ਇੱਕ ਵਾਰ ਨਹੀਂ 100 ਵਾਰੀ, ਸੈਂਕੜੇ ਵਾਰੀ ਉਸ ਪਰਮਾਤਮਾ ਗੁਰੂ ਤੋਂ ਮੈਂ ਕੁਰਬਾਨ ਜਾਵਾਂ। ਕਿਹੜੇ ਗੁਰੂ ਤੋਂ? ਜਿਨੇ ਆਮ ਸਧਾਰਨ ਮਨੁੱਖ ਨੂੰ ਬਖਸ਼ਿਸ਼ ਕਰਕੇ ਮਹਾਨ ਸੋਝੀ ਵਾਲਾ ਬਣਾ ਦਿੱਤਾ ਹੈ। ਸਾਹਿਬ ਜੀ ਦੇ ਬਚਨ ਨੇ ਕਿ ਸਤਿਗੁਰੂ ਗਰੀਬ ਨਿਵਾਜ ਪਾਤਸ਼ਾਹ ਮਹਾਰਾਜ ਜੀ ਕਹਿੰਦੇ ਨੇ ਅਸੀਂ ਉਸ ਪਰਮਾਤਮਾ ਵਾਹਿਗੁਰੂ ਤੋਂ ਬਲਿਹਾਰੀ ਗੋਰੇ ਆਪਣੇ। ਉੱਥੇ ਬਲਿਹਾਰੀ ਦਾ ਅਰਥ ਵੀ ਕੁਰਬਾਨ ਸਦਕੇ ਜਾਣਾ। ਬਲਿਹਾਰੀ ਗੋਰੇ ਆਪਣੇ ਦਿਉਹਾੜੀ ਸਦਵਾਰ, ਦਿਨ ਵਿੱਚ ਉਸ ਪਰਮਾਤਮਾ ਵਾਹਿਗੁਰੂ ਗੁਰੂ ਤੋਂ ਕੁਰਬਾਨ ਜਾਈਏ। ਬਲਿਹਾਰੀ ਗੁਰੇ ਆਪਣੇ ਦਿਉਹਾੜੀ ਸਦਵਾਰ, ਕਿਹਦੇ ਤੋਂ ਜਾਈਏ? ਜਿਨ ਮਾਨਸ ਤੇ ਦੇਵਤੇ ਕੀਏ ਕਰਤ ਨ ਲਾਗੀ ਵਾਰ। ਜਿਸ ਨੇ ਆਮ ਸਧਾਰਨ ਮਨੁੱਖ ਨੂੰ ਉੱਚੀ ਪਦਵੀ ਵਾਲਾ ਬਣਾ ਦਿੱਤਾ, ਉੱਚੇ ਜੀਵਨ ਵਾਲਾ ਬਣਾ ਦਿੱਤਾ। ਸਾਹਿਬ ਜੀ ਕਹਿੰਦੇ ਉਸ ਤੋਂ ਕੁਰਬਾਨ ਜਾਣਾ ਚਾਹੀਦਾ, ਐਸੇ ਸਤਿਗੁਰੂ ਤੋਂ ਜਿਨੇ ਗੁਪਤ ਨਾਮ ਪ੍ਰਗਟ ਕਰ ਦਿੱਤਾ ਹਿਰਦੇ ਰੂਪੀ ਘਰ ਵਿੱਚ। ਤੋ ਸਾਹਿਬ ਕਿਰਪਾ ਕਰਦੇ ਨੇ ਅਗਲੇ ਤੀਸਰੇ ਬੰਦ ਵਿੱਚ, ਦਰਸ਼ਨ ਸਾਧ ਮਿਲਿਓ ਵੱਡ ਭਾਗੀ, ਸਭ ਕਿਲ ਵਿਖ ਗਏ ਗਵਾਜਾ। ਜਦੋਂ ਗੁਰੂ ਨੇ ਕਿਰਪਾ ਕੀਤੀ ਫਿਰ ਦਰਸ਼ਨ ਸਾਧ ਦਾ ਅਰਥ ਹੈ ਗੁਰੂ ਦੇ ਦਰਸ਼ਨ। ਜਦੋਂ ਗੁਰੂ ਦੇ ਆ ਕੇ ਦਰਸ਼ਨ ਹੁੰਦੇ ਨੇ ਇਹ ਵੱਡਿਆਂ ਭਾਗਾਂ ਨਾਲ ਮਿਲਦੇ ਨੇ। ਗੁਰੂ ਦੇ ਦੀਦਾਰ ਵੀ, ਉਹਦੀ ਰਹਿਮਤ ਹੋਵੇ, ਉਹਦੀ ਕਿਰਪਾ ਹੋਵੇ ਤਾਂ ਹੀ ਇਹ ਬਖਸ਼ਿਸ਼ ਮਿਲਦੀ ਹੈ। ਸਾਹਿਬ ਜੀ ਕਹਿੰਦੇ ਨੇ ਜਦੋਂ ਗੁਰੂ ਨੇ ਕਿਰਪਾ, ਪਰਮਾਤਮਾ ਨੇ ਕਿਰਪਾ ਆਪ ਤਰੁੱਠ ਕੇ ਕੀਤੀ, ਗੁਰੂ ਦੇ ਦਰਸ਼ਨ ਹੋਏ ਵੱਡਿਆਂ ਭਾਗਾਂ ਨਾਲ, ਫਿਰ ਕੀ ਮਿਲਿਆ? ਸਭ ਕਿਲ ਵਿਖ। ਕਿਲ ਵਿਖ ਦਾ ਭਾਵ ਹੈ ਕਰੋੜਾਂ ਪਾਪ ਗਏ ਗਵਾਜਾ, ਗੁਰੂ ਨੇ ਸਾਰੇ ਖਤਮ ਕਰ ਦਿੱਤੇ। ਸਤਿਗੁਰ ਸ਼ਾਹ ਪਾਇਆ ਵੱਡ ਦਾਣਾ, ਹਰ ਕੀਏ ਬਹੁ ਗੁਣ ਸਾਂਝਾ। ਸਤਿਗੁਰੂ ਜੋ ਬੜਾ ਸਿਆਣਾ ਹੈ, ਸੁਗੜ ਹੈ, ਬੜਾ ਵੱਡਾ ਸ਼ਾਹੂਕਾਰ ਹੈ ਜਿਹਦੇ ਤੋਂ ਸਾਰੀਆਂ ਦਾਤਾਂ ਮਿਲਦੀਆਂ ਨੇ। ਦਾਨਾ ਦਾ ਅਰਥ ਹੈ ਦਾਨਾ, ਸਿਆਣਾ, ਸੁਗੜ, ਸੁਜਾਨ। ਸਾਹਿਬ ਜੀ ਕਹਿੰਦੇ ਐਸਾ ਸਤਿਗੁਰੂ ਮਿਲ ਗਿਆ ਜਿਸ ਨੂੰ ਮਿਲਣ ਕਰਕੇ ਹਿਰਦੇ ਰੂਪੀ ਘਰ ਦੇ ਵਿੱਚ ਬਹੁਤ ਗੁਣ ਪੈਦਾ ਹੋ ਗਏ। ਜਿਸ ਪਰਮਾਤਮਾ ਦੀ ਕਿਰਪਾ ਦੇ ਨਾਲ ਅੰਦਰ ਗੁਣਾਂ ਨਾਲ ਹਿਰਦਾ ਭਰਪੂਰ ਹੋ ਗਿਆ। ਕਿਉਂਕਿ ਸਾਹਿਬ ਜੀ ਦਾ ਇੱਕ ਬਚਨ ਆਉਂਦਾ ਹੈ, ਸਤਿਗੁਰੂ ਗਰੀਬ ਨਿਵਾਜ ਸੱਚੇ ਪਾਤਸ਼ਾਹ ਮਹਾਰਾਜ ਜੀ ਕਹਿੰਦੇ ਨਾਨਕ ਔਗਣ ਜੇਤੜੇ ਤੇਤੇ ਗਲੀ ਜੰਜੀਰ। ਜਿੰਨੇ ਔਗਣ ਇਕੱਠੇ ਹੁੰਦੇ ਜਾਣਗੇ ਜੰਜੀਰ ਬਣਦੇ ਜਾਣਗੇ, ਜੰਜਾਲ ਬਣਦੇ ਜਾਣਗੇ। ਜੇ ਗੁਣ ਹੋਣ ਤਾਂ ਕੱਟੀਆਂ ਨੇ ਸੇ ਭਾਈ ਸੇ ਵੀਰ। ਜਿਹੜੇ ਗੁਣ ਹੁੰਦੇ ਆ ਇਹ ਔਗਣਾਂ ਨੂੰ ਖਤਮ ਕਰ ਦਿੰਦੇ ਆ। ਸਾਹਿਬ ਜੀ ਇੱਥੇ ਕਿਰਪਾ ਕਰਦੇ ਨੇ ਕਿ ਗੁਰੂ ਨੇ ਕਿਰਪਾ ਕਰ ਦਿੱਤੀ, ਤਰੁੱਠ ਕੇ ਹਿਰਦੇ ਰੂਪੀ ਘਰ ਦੇ ਵਿੱਚ ਸਤ, ਸੰਤੋਖ, ਦਇਆ, ਧਰਮ, ਧੀਰਜ, ਪਰਉਪਕਾਰ ਇਹ ਆਦਿਕ ਜਿਹੜੇ ਸ਼ੁਭ ਗੁਣ ਨੇ ਗੁਰੂ ਨੇ ਪ੍ਰਗਟ ਕਰ ਦਿੱਤੇ। ਤੋ ਸਾਹਿਬ ਕਿਰਪਾ ਕਰਦੇ ਅਖੀਰਲੇ ਬੰਦ ਵਿੱਚ, ਚੌਥੇ ਬੰਦ ਵਿੱਚ,
ਜਿਨ ਕੋ ਕਿਰਪਾ ਕਰੀ ਜਗ ਜੀਵਨ, ਹਰ ਪੁਰ ਧਾਰਿਓ ਮਨ ਮਾਝਾ। ਸਤਿਗੁਰੂ ਕਿਰਪਾ ਕਰਦੇ ਨੇ ਕਿ ਜਿਨ੍ਹਾਂ ਤੇ ਹਰੀ ਪ੍ਰਮਾਤਮਾ ਨੇ ਕਿਰਪਾ ਕਰ ਦਿੱਤੀ। ਜਗਤ ਨੂੰ ਜੀਵਨ ਦੇਣ ਵਾਲੇ ਪ੍ਰਮਾਤਮਾ ਨੇ, ਜਗ ਜੀਵਨ ਦਾ ਭਾਵ ਜਗਤ ਨੂੰ ਸਾਨੂੰ ਜੀਵਨ ਦੇਣ ਵਾਲਾ ਨਿਰੰਕਾਰ, ਉਹਨੇ ਕਿਰਪਾ ਕਰਤੀ। ਫਿਰ ਹਰ ਉਰ ਮੈਨੇ ਹਿਰਦਾ, ਧਾਰਿਓ ਟਿਕਾ ਦਿੱਤਾ ਮਨ ਮਾਝਾ। ਮਨ ਰੂਪੀ ਇਸ ਹਿਰਦੇ ਘਰ ਦੇ ਵਿੱਚ ਗੁਰੂ ਨੇ ਆਪਣਾ ਨਾਮ ਟਿਕਾ ਦਿੱਤਾ। ਇਹ ਮਾਝਾ ਦਾ ਅਰਥ ਇੱਥੇ ਵਿੱਚ ਹੈ। ਇੱਕ ਥਾਂ ਤੇ ਮਾਝਾ ਦਾ ਅਰਥ ਆਉਂਦਾ ਸੀ ਗੁਰੂ ਦੁਆਰਾ, ਸੋ ਇਹਦੇ ਅਰਥ ਜਿਹੜੇ ਪ੍ਰਕਰਨ ਮੁਤਾਬਕ ਬਦਲ ਜਾਂਦੇ ਹੈ। ਸਾਹਿਬ ਇੱਥੇ ਕਿਰਪਾ ਕਰਦੇ ਨੇ ਕਿ ਮਨ ਦੇ ਵਿੱਚ ਪ੍ਰਭੂ ਪਰਮਾਤਮਾ ਨੇ ਆਪਣਾ ਨਾਮ ਜਗਤ ਜੀਵਨ ਨੇ ਜਦੋਂ ਟਿਕਾ ਦਿੱਤਾ ਹਿਰਦੇ ਰੂਪੀ ਘਰ ਵਿੱਚ, ਫਿਰ ਕੀ ਹੋਇਆ? ਧਰਮ ਰਾਏ ਦਰ ਕਾਗਦ ਫਾਰੇ, ਜਨ ਨਾਨਕ ਲੇਖਾ ਸਮਝਾ। ਫਿਰ ਉਸ ਜੀਵ ਦਾ ਕੋਈ ਹਿਸਾਬ ਕਿਤਾਬ ਨਹੀਂ, ਕੋਈ ਉਹਦਾ ਲੇਖਾ ਜੋਖਾ ਨਹੀਂ, ਕਿਉਂਕਿ ਗੁਰੂ ਪਰਮਾਤਮਾ ਨੇ ਜਦੋਂ ਕਿਰਪਾ ਕਰਤੀ, ਜਿਸ ਮਨੁੱਖ ਦੇ ਕੋਲੇ ਸ਼ੁਭ ਗੁਣ ਚੰਗੇ ਗੁਣ ਹਨ, ਸਾਹਿਬ ਜੀ ਕਹਿੰਦੇ ਉਹਦਾ ਫਿਰ ਕਿੰਨੇ ਹਿਸਾਬ ਕਿਤਾਬ ਕਰਨਾ ਹੈ। ਧਰਮ ਰਾਏ ਅਬ ਕਹਾਂ ਕਰੇਗੋ ਜੋ ਫਾਟਿਓ ਸਗਲੋ ਲੇਖਾ। ਸਾਹਿਬ ਜੀ ਕਹਿੰਦੇ ਜਦੋਂ ਗੁਰੂ ਇਸ ਜੀਵ ਦੇ ਲੇਖੇ ਜਿਹੜੇ ਹਨ ਆਪ ਹੀ ਕਾਗਜ਼ ਜਿਹੜੇ ਔਗੁਣਾਂ ਦੇ ਗੁਰੂ ਆਪ ਜਦੋਂ ਪਾੜ ਦਿੰਦਾ ਹੈ ਤੇ ਸ਼ੁਭ ਗੁਣ ਜਦੋਂ ਦੇ ਦਿੰਦਾ, ਸ਼ੁਭ ਗੁਣਾ ਰੂਪੀ ਪਰਮਾਨਾ ਦੇ ਦਿੰਦਾ ਹੈ, ਫਿਰ ਉਹਦਾ ਹਿਸਾਬ ਕਿਤਾਬ ਕਿੰਨੇ ਪੁੱਛਣਾ ਹੈ। ਕਿਉਂਕਿ ਹਰੀ ਪਰਮਾਤਮਾ ਵਾਹਿਗੁਰੂ ਪਰਮੇਸ਼ਰ ਜਦੋਂ ਜੀਵ 'ਤੇ ਕਿਰਪਾ ਕਰਦਾ ਤਾਂ ਉਹਨੂੰ ਇਹ ਸਮਝ ਮਿਲਦੀ ਹੈ ਕਿ ਮੇਰਾ ਜੀਵਨ ਕਿਵੇਂ ਸਵਰ ਸਕਦਾ ਹੈ, ਕਿਵੇਂ ਸਫਲ ਹੋ ਸਕਦਾ ਹੈ। ਇਹ ਸਮਝ ਗੁਰੂ ਕੋਲੋਂ ਮਿਲਣੀ ਹੈ। ਮਨ ਨੇ ਗੁਰੂ ਕੋਲੋਂ ਸਮਝ ਲੈ ਕੇ ਪਰਮਾਤਮਾ ਦੇ ਨਾਲ ਜੁੜਨਾ ਹੈ। ਗੱਲ ਸਾਰੀ ਇੱਥੇ ਮਨ ਦੀ ਹੋ ਰਹੀ ਸੀ। ਸਾਹਿਬ ਕਿਰਪਾ ਕਰਨ ਗਰੀਬ ਨਿਵਾਸ ਸੱਚੇ ਪਾਤਸ਼ਾਹ ਕਿ ਅਸੀਂ ਗੁਰੂ ਕੀ ਬਾਣੀ ਨੂੰ ਸਮਝ ਸਕੀਏ, ਸਮਝ ਕੇ ਆਪਣੇ ਹਿਰਦੇ ਰੂਪੀ ਘਰ 'ਚ ਵਸਾ ਸਕੀਏ। ਸ਼ਬਦ ਵਿਚਾਰ ਕਰਦੇ ਹਾਂ, ਬੇਅੰਤ ਪ੍ਰਕਾਰ ਦੀਆਂ ਭੁੱਲਾਂ ਚੁੱਕਾਂ ਹੋ ਗਈਆਂ, ਸਤਿਗੁਰੂ ਜੀ ਤੇ ਸਾਧ ਸੰਗਤ ਬਖਸ਼ਣਯੋਗ ਹੈ। ਭੁੱਲ ਚੁੱਕ ਦੀ ਖਿਮਾ ਅਗਾਂਹ ਵਾਸਤੇ ਸਤਿਗੁਰੂ ਸਮਤ ਬਖਸ਼ਿਸ਼ ਕਰਨ। ਆਓ 6 ਪੌੜੀਆਂ ਆਨੰਦ ਸਾਹਿਬ ਜੀ ਦੇ ਪਾਠ ਉਪਰੰਤ ਗੁਰੂ ਚਰਨਾਂ 'ਚ ਅਰਦਾਸ ਹੋਵੇਗੀ। ਰਾਮ ਕਲੀ ਮਹੱਲਾ